Good morning, students. Today we do our 11th story, Post Haste. Post Haste is written by Colin Howard. And firstly, you know about the title of the story, Post Haste. Post the meaning है which is the letter which he wanted to post means he wanted to post. ठीक है ना, पोस्ट ਦਾ ਮੀਨਿੰਗ ਇੱਥੇ ਆਪਾਂ ਕਿਹਨੂੰ ਕਹਿ ਰਹੇ ਹਾਂ, ਲੈਟਰ ਨੂੰ, ਜਿਹੜੀ ਕਿ ਹੀ ਹੇਅਰ ਮੀਨਸ ਦ ਮੇਨ ਕਰੈਕਟਰ ਮਿਸਟਰ ਸਿੰਪਸਨ। ਠੀਕ, ਮਿਸਟਰ ਸਿੰਪਸਨ ਜੋ ਮੇਨ ਕਰੈਕਟਰ ਹੈ ਉਹ ਪੋਸਟ ਕਰਨਾ ਚਾਹੁੰਦਾ ਹੁੰਦਾ ਇੱਕ ਲੈਟਰ, ਉਹਦੇ ਲਈ ਇਹ ਵਰਡ ਯੂਜ਼ ਕੀਤਾ ਪੋਸਟ। ਹੇਸਟ ਮੀਨਸ ਹਰੀਡਨੈਸ, ਮਤਲਬ ਜਲਦਬਾਜ਼ੀ ਦੇ ਵਿੱਚ ਲੈਟਰ ਨੂੰ ਪੋਸਟ ਕਰਨਾ। ਠੀਕ ਹੈ, ਐਂਡ ਸਟੋਰੀ ਦੀ ਕੁਛ ਮੇਨ ਪੁਆਇੰਟਸ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਟੋਰੀ ਇਜ਼ ਅ ਰਿਸੋਰਸ ਆਫ ਐਂਟਰਟੇਨਮੈਂਟ। ਠੀਕ, एंटरटेनमेंट ਦਾ ਇੱਕ ਰਿਸੋਰਸ ਹੈ ਇਹ ਕਹਾਣੀ ਜੋ ਹੈ। ਇਨ ਦਿਸ ਸਟੋਰੀ ਦ ਰਾਈਟਰ ਹੈਜ਼ ਪ੍ਰੈਜੈਂਟਡ ਐਨ ਇੰਟਰਸਟਿੰਗ ਕਰੈਕਟਰ ਮਿਸਟਰ ਸਿੰਪਸਨ। ਠੀਕ, ਸਟੋਰੀ ਦੇ ਵਿੱਚ ਰਾਈਟਰ ਆਪਾਂ ਨੂੰ ਕੀ ਆਪਣੇ ਅੱਗੇ ਪ੍ਰੈਜੈਂਟ ਕਰਦਾ, ਇੱਕ ਇੰਟਰਸਟਿੰਗ ਬੜਾ ਹੀ ਕਰੈਕਟਰ ਜਿਹਦਾ ਨੇਮ ਹੈ ਮਿਸਟਰ ਸਿੰਪਸਨ, ਹੂ ਅਮਿਊਜ਼ ਵਿਦ ਦ ਐਬਸੈਂਟ ਮਾਈਂਡਡ ਬਿਹੇਵੀਅਰ, ਜਿਹੜਾ ਕਿ ਆਪਾਂ ਨੂੰ ਅਮਿਊਜ਼ਮੈਂਟ ਕਰਦਾ ਆਪਣੀ ਪੂਰੀ ਕਹਾਣੀ ਦੇ ਵਿੱਚ ਆਪਣੇ ਐਬਸੈਂਟ ਮਾਈਂਡਡ ਬਿਹੇਵੀਅਰ ਦੇ ਨਾਲ। ਠੀਕ, ਐਬਸੈਂਟ ਮਾਈਂਡਡ ਬਿਹੇਵੀਅਰ ਮੀਨਸ ਉਹ ਬਿਹੇਵੀਅਰ ਜਿਹੜਾ ਕਿ ਆਪਾਂ ਕਹਿ ਦਈਏ ਕਿ ਇੱਕ ਪਰਸਨ ਜਦੋਂ ਕੋਈ ਚੀਜ਼ ਕਰਕੇ ਉਦੋਂ ਥੋੜ੍ਹੀ ਦੇਰ ਬਾਅਦ ਭੁੱਲ ਜਾਂਦਾ ਵੀ ਮੈਂ ਮਤਲਬ ਮੈਨੇ ਕੀ ਕੀਤਾ ਸੀ, ਜਾਂ ਫਿਰ ਉਹ ਆਪਣਾ ਰਸਤਾ ਭਟਕ ਜਾਂਦਾ ਹੈ। ਦੈਟ ਇਜ਼ ਐਬਸੈਂਟ ਮਾਈਂਡਡ ਬਿਹੇਵੀਅਰ। ਇਟ ਆਲਸੋ ਡਿਸਕ੍ਰਾਈਬਸ ਰਿਡੀਕਿਊਲਸ ਬਿਹੇਵੀਅਰ ਐਂਡ ਫਨੀ ਡਾਇਲੋਗਸ ਆਫ ਮਿਸਟਰ ਸਿੰਪਸਨ। ਠੀਕ, ਇਹ ਕੀ ਡਿਸਕ੍ਰਾਈਬ ਕਰਦਾ ਹੋਰ, ਰਿਡੀਕਿਊਲਸ ਬਿਹੇਵੀਅਰ ਐਂਡ ਫਨੀ ਡਾਇਲੋਗਸ ਆਫ ਮਿਸਟਰ ਸਿੰਪਸਨ। ਠੀਕ, ਮਿਸਟਰ ਸਿੰਪਸਨ ਦਾ ਆਪਾਂ ਨੂੰ ਰਿਡੀਕੂਲਸ ਬਿਹੇਵੀਅਰ ਅਤੇ ਫਨੀ ਡਾਇਲੋਗਸ ਹੈ ਜਿਹੜੇ ਉਹ ਵੀ ਦਿਖਾਏ ਨੇ ਕਹਾਣੀ ਦੇ ਵਿੱਚ। ਠੀਕ, ਸੋ ਵੀ ਸਟਾਰਟ ਆਵਰ ਸਮਰੀ ਆਫ ਦਿਸ ਸਟੋਰੀ। The writer says that he happened to meet Mr. Simpson near post office one night. ਰਾਈਟਰ ਕਹਿ ਰਿਹਾ ਕਿ ਇੱਕ ਦਿਨ ਮੈਂ ਮਿਸਟਰ ਸਿੰਪਸਨ ਨੂੰ ਇੱਕ ਰਾਤ ਪੋਸਟ ਆਫਿਸ ਦੇ ਨਜ਼ਦੀਕ ਮੈਨੂੰ ਮਿਸਟਰ ਸਿੰਪਸਨ ਮਿਲੇ। ਰਾਈਟਰ ਕਹਿ ਰਹੇ ਨੇ he was a newcomer in the locality and writer and his wife had only met once or twice with Simpson and his wife. ਠੀਕ ਹੈ, ਕਿ ਉਹ ਜੋ ਮਿਸਟਰ ਸਿੰਪਸਨ ਸੀ ਲੋਕੈਲਿਟੀ ਦੇ ਵਿੱਚ ਨਵੇਂ ਕਮਰ ਸੀਗੇ, ਉਹ ਨਵੇਂ ਆਏ ਸੀਗੇ, ਅਤੇ ਰਾਈਟਰ ਅਤੇ ਉਹਦੀ ਵਾਈਫ ਸਿਰਫ ਇੱਕ ਜਾਂ ਦੋ ਵਾਰ ਹੀ ਮਿਸਟਰ ਸਿੰਪਸਨ ਅਤੇ ਉਹਦੀ ਵਾਈਫ ਨੂੰ ਮਿਲੇ ਸੀ। While leaving home he did not notice whether the envelope was stamped or not. ਤਾਂ ਘਰੋਂ ਜਦੋਂ ਚੱਲਣ ਲੱਗੇ, ਮਤਲਬ ਜੋ ਮਿਸਟਰ ਸਿੰਪਸਨ ਸੀਗੇ ਉਹਨਾਂ ਨੇ ਨੋਟ ਨਹੀਂ ਕੀਤੀ ਇਹ ਚੀਜ਼ ਕਿ ਉਹਨਾਂ ਦਾ ਜਿਹੜਾ ਇਨਵੈਲਪ ਹੈ, ਯਾਨੀ ਕਿ ਜਿਹੜੀ ਲੈਟਰ ਉਹ ਪੋਸਟ ਕਰਨ ਜਾ ਰਹੇ ਹੈ, ਜਿਹੜੀ ਇਨਵੈਲਪ ਦੇ ਵਿੱਚ ਪਾਈ ਹੋਈ ਹੈ, ਕਿ ਉਹ ਸਟੈਂਪਡ ਹੈ ਜਾਂ ਨਹੀਂ। ਠੀਕ ਹੈ ਨਾ, ਸਟੈਂਪ ਲੱਗੀ ਹੋਈ ਹੈ ਜਾਂ ਨਹੀਂ ਉਸ 'ਤੇ। ਐਜ਼ ਹੀ ਰੀਚਡ ਦ ਪਿਲਰ ਬਾਕਸ ਫॉर ਪੋਸਟਿੰਗ ਹੀ ਕੇਮ ਟੂ ਨੋ ਦੈਟ ਦ ਲੈਟਰ ਵਾਜ਼ ਨੋਟ ਸਟੈਂਪਡ। ਤਾਂ ਜਦੋਂ ਉਹ ਉੱਥੇ ਪਹੁੰਚ ਜਾਂਦੇ ਨੇ ਪਿਲਰ ਬਾਕਸ ਮੀਨਸ ਦੈਟ ਬਾਕਸ ਵੇਅਰ ਦ ਲੈਟਰ ਵਾਜ਼ ਪੋਸਟਡ। ਠੀਕ ਹੈ, ਕਿ ਜਿਹਦੇ ਵਿੱਚ ਆਪਾਂ ਕਹਿੰਦੇ ਕਿ ਪੋਸਟ ਬਾਕਸ ਨੂੰ ਹੀ ਇੱਥੇ ਪਿਲਰ ਬਾਕਸ ਕਿਹਾ ਹੈ, ਕਿਉਂਕਿ ਮੋਸਟਲੀ ਜਿਹੜੇ ਪੋਸਟ ਬਾਕਸ ਹੁੰਦੇ ਨੇ ਉਹ ਪਿਲਰਸ ਦੇ ਉੱਤੇ ਬਣੇ ਹੁੰਦੇ ਨੇ, ਸੋ ਦੈਟ ਮਤਲਬ ਇਹਨੂੰ ਪੋਸਟ ਬਾਕਸ ਨੂੰ ਹੀ ਆਪਾਂ ਪਿਲਰ ਬਾਕਸ ਕਹਿ ਰਹੇ ਹਾਂ। ਤਾਂ ਜਦੋਂ ਉੱਥੇ ਪਹੁੰਚਦਾ ਪੋਸਟਿੰਗ ਦੇ ਲਈ, ਲੈਟਰ ਆਪਣੀ ਪੋਸਟਿੰਗ ਕਰਨ ਦੇ ਲਈ ਪਿਲਰ ਬਾਕਸ ਦੇ ਕੋਲ ਪਹੁੰਚ ਜਾਂਦਾ, ਤਾਂ ਉਹਨੂੰ ਪਤਾ ਲੱਗਦਾ ਕਿ ਉਹਦੇ ਲੈਟਰ 'ਤੇ ਤਾਂ ਸਟੈਂਪ ਲੱਗੀ ਨਹੀਂ ਹੋਈ, ਦ ਲੈਟਰ ਵਾਜ਼ ਨੋਟ ਸਟੈਂਪਡ ਐਂਡ ਹੀ ਹੈਡ ਨੋ ਮਨੀ ਟੂ ਗੈਟ ਦ ਸਟੈਂਪਸ। ਅਤੇ ਉਹਦੇ ਕੋਲ ਹੁਣ ਪੈਸੇ ਵੀ ਨਹੀਂ ਸੀਗੇ ਕਿ ਉਹ ਕੁਝ ਸਟੈਂਪਸ ਖਰੀਦ ਪਾਉਂਦਾ, ਉਹਦੀ ਪੋਕਟ ਦੇ ਵਿੱਚ ਹੁਣ ਬਿਲਕੁਲ ਪੈਸੇ ਨਹੀਂ ਸੀ ਉਸ ਟਾਈਮ। ਦਿਸ ਸਿਚੁਏਸ਼ਨ ਮੇਡ ਹਿਮ ਵਰੀਡ। ਤਾਂ ਇਹ ਸਿਚੁਏਸ਼ਨ ਜਦੋਂ ਉਹਦੇ ਅੱਗੇ ਕ੍ਰੀਏਟ ਹੋ ਜਾਂਦੀ ਹੈ ਤਾਂ ਬੜਾ ਚਿੰਤਿਤ ਹੋ ਜਾਂਦਾ ਹੈ। ਐਜ਼ ਹੀ ਹੈਡ ਟੂ ਪੋਸਟ ਲੈਟਰ ਅਰਜੈਂਟਲੀ, ਅਤੇ ਉਹਨੇ ਉਹ ਲੈਟਰ ਪੋਸਟ ਵੀ ਬੜੀ ਜ਼ਰੂਰੀ ਹੁੰਦੀ ਹੈ ਉਹਦੇ ਲਈ ਅੱਜ ਕਰਨੀ। ਸੋ ਹੀ ਰਿਕੁਐਸਟਡ ਦ ਰਾਈਟਰ to lend him 3 half pence to get stamps out of automatic stamp machine. ਤਾਂ ਉਹ ਫਿਰ ਕੀ ਕਰਦਾ ਮਿਸਟਰ ਸਿੰਪਸਨ, ਰਾਈਟਰ ਨੂੰ ਰਿਕੁਐਸਟ ਕਰਦਾ ਕਿ ਉਹ ਉਹਨੂੰ 3 ਹਾਫ ਪੈਨਸ ਪੈਸੇ ਉਧਾਰੇ ਦੇ ਦੇਵੇ। ਠੀਕ, ਜੋ ਇਹ ਮਨੀ ਹੈ 3 ਹਾਫ ਪੈਨਸ ਉਹਨੂੰ ਉਧਾਰੇ ਦੇਵੇ ਟੂ ਗੈਟ ਸਟੈਂਪਸ ਆਊਟ ਆਫ ਆਟੋਮੈਟਿਕ ਸਟੈਂਪ ਮਸ਼ੀਨ। ਦ ਰਾਈਟਰ ਐਕਸਪਲੋਰਡ ਹਿਜ਼ ਪੋਕਟਸ ਬਟ ਹੀ ਕੁਡ ਨਾਟ ਫਾਈਂਡ ਐਨੀ ਕੋਇਨ ਟੂ ਐਂਟਰਟੇਨ ਹਿਮ। ਰਾਈਟਰ ਨੇ ਆਪਣੀ ਪੋਕਟ ਦੇ ਵਿੱਚ ਦੇਖਿਆ ਬਟ ਉਹਦੇ ਕੋਲ ਵੀ ਕੋਈ ਕੋਇਨ ਨਹੀਂ ਸੀਗਾ ਤਾਂ ਕਿ ਉਹ ਉਹਨੂੰ ਐਂਟਰਟੇਨ ਕਰ ਸਕਦਾ। ਹਾਊਐਵਰ ਆਊਟ ਆਫ ਸਿੰਪਥੀ ਐਂਡ ਕਟੇਸੀ। ਠੀਕ, ਹੁਣ ਬਿਨਾਂ ਸਿੰਪਥੀ ਬਿਨਾਂ ਕਟੇਸੀ ਤੋਂ ਰਾਈਟਰ ਕੀ ਕਹਿ ਰਿਹਾ ਮਿਸਟਰ ਸਿੰਪਸਨ ਨੂੰ, ਟੂ ਅਕੰਪਨੀ ਹਿਮ ਟੂ ਹਿਜ਼ ਹਾਊਸ ਸਿਟੂਏਟਡ ਐਟ ਅ
little bit distance for having 3 half pence। ਤਾਂ ਹੁਣ ਇੱਥੇ ਰਾਈਟਰ ਕਹਿ ਰਿਹਾ ਮਿਸਟਰ ਸਿੰਪਸਨ ਨੂੰ ਕਿ ਹੁਣ ਤੂੰ ਮੇਰੇ ਨਾਲ ਮੇਰੇ ਘਰ ਚੱਲ, ਮੇਰਾ ਘਰ ਇੱਥੋਂ ਥੋੜ੍ਹੀ ਜਿਹੀ ਦੂਰੀ 'ਤੇ ਹੀ ਹੈ, ਠੀਕ ਹੈ ਨਾ, ਤਾਂ ਕਿ ਮੈਂ ਤੈਨੂੰ ਘਰ ਜਾ ਕੇ 3 ਹਾਫ ਪੈਨਸ ਦੇ ਸਕਾਂ, ਠੀਕ ਹੈ ਨਾ, ਕੁਛ ਲੈਂਡਿੰਗ ਦੇ ਸਕਾਂ, ਪੈਸੇ ਉਧਾਰ। ਆਫਟਰ ਰੀਚਿੰਗ ਹੋਮ ਦ ਰਾਈਟਰ ਹੈਂਡਡ ਓਵਰ ਕੋਇਨਸ ਟੂ ਮਿਸਟਰ ਸਿੰਪਸਨ, ਠੀਕ ਹੈ ਨਾ, ਜਦੋਂ ਘਰ ਪਹੁੰਚ ਜਾਂਦੇ ਨੇ ਤਾਂ ਰਾਈਟਰ ਉੱਥੇ ਕੀ ਕਰਦਾ, ਕੁਛ ਕੋਇਨਸ, ਠੀਕ ਹੈ ਨਾ, 3 ਹਾਫ ਪੈਨਸ ਜਿੰਨੇ ਉਹਨੇ ਕਿਹਾ ਸੀਗਾ, ਕੁਛ ਕੋਇਨਸ ਉਹ ਮਿਸਟਰ ਸਿੰਪਸਨ ਨੂੰ ਦੇ ਦਿੰਦਾ। ਹੀ ਥੈਂਕਡ ਹਿਮ ਐਂਡ ਲੈਫਟ ਫॉर ਪੋਸਟ ਆਫਿਸ, ਠੀਕ ਹੈ, ਤਾਂ ਉਹ ਮਿਸਟਰ ਸਿੰਪਸਨ ਉਹਦਾ ਧੰਨਵਾਦ ਕਰਦਾ ਰਾਈਟਰ ਦਾ, ਅਤੇ ਉਹ ਫਿਰ ਪੋਸਟ ਆਫਿਸ ਦੇ ਲਈ ਚਲਾ ਜਾਂਦਾ। ਹੀ ਹੈਡ ਹਾਰਡਲੀ ਟੇਕਨ ਏ ਫਿਊ ਸਟੈਪਸ ਵੈਨ ਹੀ ਰਿਟਰਨਡ ਬਿਕੋਜ਼ ਹੀ ਹੈਡ ਲੋਸਟ ਦਾ ਵੇ ਟੂ ਪੋਸਟ ਆਫਿਸ। ਅੱਛਾ, ਹਜੇ ਉਹ ਥੋੜ੍ਹੀ ਜਿਹੀ ਦੂਰੀ 'ਤੇ ਹੀ ਗਿਆ ਹੁੰਦਾ, ਕੁਝ ਸਟੈਪਸ ਹੀ ਅੱਗੇ ਗਿਆ ਹੁੰਦਾ। ਵੈਨ ਹੀ ਰਿਟਰਨਡ, ਉੱਥੋਂ ਮੁੜ ਆਉਂਦਾ, ਬਿਕੋਜ਼, ਕਿਉਂ ਮੁੜ ਆਉਂਦਾ, ਕਿਉਂਕਿ ਹੀ ਹੈਡ ਲੋਸਟ ਦਾ ਵੇ ਟੂ ਪੋਸਟ ਆਫਿਸ, ਉਹ ਰਸਤਾ ਹੀ ਭੁੱਲ ਜਾਂਦਾ ਪੋਸਟ ਆਫਿਸ ਦਾ, ਠੀਕ ਹੈ, ਉਹ ਰਸਤਾ ਭੁੱਲ ਜਾਂਦਾ, ਇਸ ਕਰਕੇ ਉੱਥੋਂ ਮੁੜ ਆਉਂਦਾ। ਦ ਰਾਈਟਰ ਐਕਸਪਲੇਨ ਦ ਐਗਜ਼ੈਕਟ ਲੋਕੇਸ਼ਨ ਆਫ ਪੋਸਟ ਆਫਿਸ ਬਟ ਹੀ ਕੁਡ ਨੋਟ ਅੰਡਰਸਟੈਂਡ। ਰਾਈਟਰ ਉਹਨੂੰ ਐਗਜ਼ੈਕਟ ਲੋਕੇਸ਼ਨ ਦੱਸਦਾ ਪੋਸਟ ਆਫਿਸ ਦੀ, ਅੱਛੀ ਤਰ੍ਹਾਂ ਐਕਸਪਲੇਨ ਕਰਦਾ, ਬਟ ਉਹਨੂੰ ਸਮਝ ਨਹੀਂ ਆਉਂਦੀ। So the writer himself led him to the post office to overcome the inconvenience faced by Mr. Simpson। ਹਾਂਜੀ, ਹੁਣ ਅੱਗੇ ਸੀਗਾ ਕਿ ਰਾਈਟਰ ਹਿਮਸੈਲਫ ਲੈਡ ਹਿਮ ਟੂ ਦਾ ਪੋਸਟ ਆਫਿਸ, ਠੀਕ ਹੈ, ਕਿ ਰਾਈਟਰ ਹੁਣ ਖੁਦ ਉਹਨੂੰ ਪੋਸਟ ਆਫਿਸ ਲੈ ਕੇ ਜਾਂਦਾ ਟੂ ਓਵਰਕਮ ਦਾ ਇਨਕਨਵੀਨੀਅੰਸ ਫੇਸਡ ਬਾਈ ਮਿਸਟਰ ਸਿੰਪਸਨ। ਮਿਸਟਰ ਸਿੰਪਸਨ ਦੁਆਰਾ ਜਿਹੜੀ ਇਹ ਇਨਕਨਵੀਨੀਅੰਸ ਫੇਸ ਕੀਤੀ ਜਾ ਰਹੀ ਹੈ, ਉਹਦੇ 'ਚ ਉਹਨੂੰ ਬਾਹਰ ਕੱਢਣ ਦੇ ਲਈ ਰਾਈਟਰ ਖੁਦ ਉਹਨੂੰ ਪੋਸਟ ਆਫਿਸ ਲੈ ਕੇ ਜਾਂਦਾ। Mr. Simpson, on reaching there, Mr. Simpson dropped the coins in the machine, one coin, but no stamp came out from it। ਠੀਕ, ਤਾਂ ਉੱਥੇ ਪਹੁੰਚਦੇ ਹੀ ਮਿਸਟਰ ਸਿੰਪਸਨ ਕੀ ਕਰਦਾ, ਕੋਇਨ ਪਾਉਂਦਾ ਮਸ਼ੀਨ ਦੇ ਵਿੱਚ, 1 ਕੋਇਨ, ਬਟ ਉਹਦੇ ਵਿੱਚੋਂ ਕੋਈ ਸਟੈਂਪ ਹੈ ਜਿਹੜੀ ਨਹੀਂ ਆਉਂਦੀ, ਬਟ ਨੋ ਸਟੈਂਪ ਕੇਮ ਆਊਟ ਫਰੋਮ ਇਟ। ਦ ਸਟੈਂਪਸ ਵਰ ਆਊਟ ਆਫ ਸਟਾਕ ਇਨ ਦ ਮਸ਼ੀਨ। ਐਕਚੁਅਲ ਦੇ ਵਿੱਚ ਮਸ਼ੀਨ ਦੇ ਵਿੱਚ ਜੋ ਸਟੈਂਪਸ ਹੈ ਉਹ ਆਊਟ ਆਫ ਸਟਾਕ ਹੁੰਦੀਆਂ ਨੇ, ਇਸ ਕਰਕੇ ਕੋਈ ਵੀ ਸਟੈਂਪ ਬਾਹਰ ਨਹੀਂ ਆਉਂਦੀ। ਦ ਸਿਚੁਏਸ਼ਨ ਮੇਡ ਮਿਸਟਰ ਸਿੰਪਸਨ ਮੋਰ ਫਰਸਟ੍ਰੇਟਡ। ਤਾਂ ਇਹ ਸਿਚੁਏਸ਼ਨ ਨਾਲ ਮਿਸਟਰ ਸਿੰਪਸਨ ਹੋਰ ਵੀ ਜ਼ਿਆਦਾ ਫਰਸਟ੍ਰੇਸ਼ਨ ਹੋ ਜਾਂਦਾ। ਮੋਰ ਓਵਰ ਡਿਊ ਟੂ confusion and nervousness, the envelope dropped from his hand, and when he picked up it was having great mud blot on it। ठीक, ਤਾਂ ਜਦੋਂ ਉਹ ਬਹੁਤ ਹੀ ਜ਼ਿਆਦਾ ਡਿਊ ਟੂ ਕਨਫਿਊਜ਼ਨ ਐਂਡ ਨਰਵਸਨੈਸ, ਠੀਕ ਹੈ, ਤਾਂ ਡਿਊ ਟੂ ਕਨਫਿਊਜ਼ਨ ਅਤੇ ਨਰਵਸਨੈਸ ਦੇ ਕਾਰਨ ਜੋ ਇਨਵੈਲਪ ਸੀ ਉਹਦੇ ਹੱਥੋਂ ਛੁੱਟ ਜਾਂਦਾ, ਡਰੋਪਡ ਫਰੋਮ ਹਿਜ਼ ਹੈਂਡ, ਐਂਡ ਵੈਨ ਹੀ ਪਿਕਡ ਅਪ, ਅਤੇ ਜਦੋਂ ਉਹਨੂੰ ਚੁੱਕਦਾ, ਇਟ ਵਾਜ਼ ਹੈਵਿੰਗ ਗ੍ਰੇਟ ਮਡ ਬਲੌਟ ਔਨ ਇਟ, ਤਾਂ ਉਹਦੇ ਉੱਤੇ ਕਾਫੀ ਜ਼ਿਆਦਾ ਆਪਾਂ ਕਹਿ ਦਈਏ ਮਡ ਦਾ ਇੱਕ ਨਿਸ਼ਾਨ ਜੋ ਹੈ, ਸਪੋਟ ਜੋ ਹੈ, ਬਲੌਟ ਮਤਲਬ ਸਪੋਟ, ਦਾਗ ਹੈ ਜਿਹੜਾ ਮਡ ਦਾ, ਉਹਦੇ ਉੱਤੇ ਲੱਗ ਜਾਂਦਾ, ਉਹਦੇ ਇਨਵੈਲਪ ਦੇ ਉੱਪਰ। Meanwhile, it occurred to the writer that he had stamped back book at home। ਤਾਂ ਉੱਥੇ ਹੁਣ ਕੀ ਹੁੰਦਾ, meanwhile ਉਸੇ ਟਾਈਮ it occurred to the writer that, ਰਾਈਟਰ ਨੂੰ ਮਤਲਬ ਇੱਕ ਦਿਮਾਗ 'ਚ ਉਹਦੇ ਆਉਂਦੀ ਹੈ ਗੱਲ, it occurred, ਠੀਕ ਹੈ ਨਾ, that he had stamped book at home, ਉਹਨੂੰ ਦਿਮਾਗ 'ਚ ਆਉਂਦੀ ਹੈ ਇਹ ਗੱਲ ਕਿ ਉਹਦੇ ਘਰ ਵੀ ਇੱਕ ਸਟੈਂਪ ਬੁੱਕ ਪਈ ਹੈ। he took Mr. Simpson and rushed towards him home। ਠੀਕ, ਮਿਸਟਰ ਸਿੰਪਸਨ ਨੂੰ ਨਾਲ ਲੈ ਕੇ ਫਿਰ ਆਪਣੇ ਘਰ ਜਾਂਦਾ। As he wanted to post the letter before the last clearance of the mail, the situation became extremely desperate for Mr. Simpson when they found the stamp book empty। ਅੱਗੇ ਕਹਿ ਰਿਹਾ ਹੈ ਕਿ ਮਿਸਟਰ ਸਿੰਪਸਨ ਜੋ ਰਾਈਟਰ ਹੈ, ਮਿਸਟਰ ਸਿੰਪਸਨ ਨੂੰ ਹੁਣ ਆਪਣੇ ਘਰ ਲੈ ਜਾਂਦਾ। ਐਜ਼ ਦੇ ਵਾਂਟਡ ਟੂ ਪੋਸਟ ਦਾ ਲੈਟਰ ਬਿਫੋਰ ਦਾ ਲਾਸਟ ਕਲੀਅਰੈਂਸ ਦਾ ਮੇਲ, ਠੀਕ ਹੈ ਨਾ, ਹੁਣ ਫਟਾਫਟ ਉਹ ਘਰ ਲੈ ਕੇ ਜਾਂਦਾ ਤਾਂ ਕਿ ਉਹ ਲਾਸਟ ਜਿਹੜੀ ਕਲੀਅਰੈਂਸ ਹੁੰਦੀ ਹੈ ਮੇਲ ਦੀ, ਉਦੋਂ ਪਹਿਲਾਂ ਉਹ ਮਤਲਬ ਉਹ ਪੋਸਟ ਆਪਣੀ ਲੈਟਰ ਜੋ ਹੈ ਪੋਸਟ ਕਰ ਦੇਣ, ਠੀਕ ਹੈ ਨਾ, ਇਸ ਕਰਕੇ ਉਹ ਫਟਾਫਟ ਘਰੇ ਜਾਂਦੇ ਨੇ। ਸਿਚੁਏਸ਼ਨ ਬਿਕਮ ਐਕਸਟ੍ਰੀਮਲੀ ਡੈਸਪਰੇਟ ਫॉर ਮਿਸਟਰ ਸਿੰਪਸਨ। ਹੁਣ ਹੋਰ ਵੀ ਜ਼ਿਆਦਾ ਸਿਚੁਏਸ਼ਨ ਇੱਕ ਇਹੋ ਜਿਹੀ ਕ੍ਰੀਏਟ ਹੋ ਜਾਂਦੀ ਹੈ, ਉਹਨੂੰ ਡੈਸਪਰੇਟ ਕਰ ਦਿੰਦੀ ਹੈ ਮਿਸਟਰ ਸਿੰਪਸਨ ਨੂੰ, ਜਦੋਂ ਉਹ ਦੇਖਦੇ ਆ ਕਿ ਘਰ ਜਾ ਕੇ ਸਟੈਂਪ ਬੁੱਕ ਹੈ ਜਿਹੜੀ ਬਿਲਕੁਲ ਖਾਲੀ ਸੀ, ਕੋਈ ਵੀ ਸਟੈਂਪ ਨਹੀਂ ਸੀ ਉਹਦੇ ਵਿੱਚ। ਮਿਸਟਰ ਸਿੰਪਸਨ ਥੋਟ ਪਰਹੈਪਸ ਰਾਈਟਰ ਇਜ਼ ਜੋਕਿੰਗ ਵਿਦ ਹਿਮ। ਤਾਂ ਮਿਸਟਰ ਸਿੰਪਸਨ ਸੋਚਦਾ ਕਿ ਸ਼ਾਇਦ ਰਾਈਟਰ ਮੇਰੇ ਨਾਲ ਮਜ਼ਾਕ ਕਰ ਰਿਹਾ ਸੀ, ਠੀਕ ਹੈ, ਬਟ ਦ ਰਾਈਟਰ ਐਸ਼ੋਰਡ ਹਿਮ ਦੈਟ ਦ ਬੁੱਕ ਵਾਜ਼ ਨੀਅਰਲੀ ਫੁੱਲ ਆਫ ਸਟੈਂਪਸ। ਤਾਂ ਰਾਈਟਰ ਉਹਨੂੰ ਯਕੀਨ ਦਿਵਾਉਂਦਾ ਕਿ ਨਹੀਂ, ਮੇਰੀ ਬੁੱਕ ਤਾਂ ਇਹ
जो स्टैंप बुक है मेरी ये तो बिल्कुल फुल सीगी, नीयरली फुल ऑफ स्टैंप सीगी। दैन द राइटर सुजैसटेड हिम टू पोस्ट द लैटर अनस्टैंप, ठीक है ना। बट फिर राइटर उन्होंने सुजैशन दिंदा मिस्टर सिम्पसन नूं कि हुण तू अपनी लैटर बिना स्टैंप कीते ही अनस्टैंप्ड ही तू इहनूं पोस्ट कर दे। At first, Mr. Simpson did not agree, but then he had to post the letter unstamped as there was no way left with him. ठीक है, पहला तो मिस्टर सिम्पसन मनते नहीं, एग्री नहीं होंगे, बट ਉਹਨੂੰ ਪੋਸਟ ਕਰਨੀ ਹੀ ਪੈਂਦੀ ਹੈ, ਕਰ ਹੀ ਦਿੰਦੇ ਆ ਉਹ, ਅਨਸਟੈਂਪਡ ਲੈਟਰ ਨੂੰ ਹੀ ਪੋਸਟ ਕਰ ਦਿੰਦੇ ਆ ਕਿਉਂਕਿ ਹੁਣ ਹੋਰ ਕੋਈ ਰਸਤਾ ਨਹੀਂ ਸੀ ਉਹਦੇ ਕੋਲ। After posting the letter, the writer led the way to Mr. Simpson's home so that he might not lose the way. On reaching his place, Mr. Simpson extended his thanks to the writer for his cooperation in posting the letter. ठीक है ना, तो उत्थे पहुँच के मिस्टर सिम्पसन की करते हैं, धन्नवाद करते हैं राइटर का कि उन्होंने मेरी लैटर पोस्ट करने विच बहुत ज़्यादा, ठीक है ना, कोऑपरेशन की। At that moment, Mr. Simpson was looking confused, but he did not tell the writer that the letter was simply an invitation to dinner. ठीक है ना, उस पल मिस्टर सिम्पसन की सी लुकिंग कन्फ्यूजड सी, बट ही डिड नॉट टेल, बट उन्हें नहीं दस्सिया राइटर नूं कि लैटर तो सिर्फ एक इनविटेशन ही सीगा किसी का, ठीक है ना, भी बाला कोई जरूरी लैटर नहीं सीगा, एक सिंपल जा कोई इनविटेशन सीगा डिनर का। ठीक है, द राइटर वॉज आल्सो वेरी अमेज्ड एट द पजल्ड बिहेवियर ऑफ मिस्टर सिम्पसन। राइटर भी थोड़ा जिहा अमेज्ड सीगा, ठीक है ना, ਉਹਦਾ पजल्ड बिहेवियर देख के मिस्टर सिम्पसन का, बट ही कुड नॉट अंडरस्टैंड एनीथिंग। बट राइटर भी कुछ समझ नहीं सी पाया भी क्यों ये कन्फ्यूज्ड है। नेक्स्ट मॉर्निंग द राइटर हैड टू पे 3 pence टू द पोस्टमैन फॉर ए ब्लू इनवेलप विद ए लार्ज मड ब्लॉट ऑन इट। अगली सुबह राइटर जो है ਉਹਨੂੰ मतलब की पे करते हैं, वो 3 pence पे करते हैं टू द पोस्टमैन। पोस्टमैन ਨੂੰ 3 pence ਦਿੰਦੇ ਨੇ ਤੇ ਪੋਸਟਮੈਨ ਉਹਨਾਂ ਨੂੰ ਇੱਕ ਬਲੂ ਇਨਵੈਲਪ ਦਿੰਦਾ ਜਿਹਦੇ ਉੱਤੇ ਕਿ ਵਿਦ ਅ ਲਾਰਜ ਮਡ ਬਲੌਟ ਔਨ ਇਟ, ਜਿਹਦੇ ਉੱਤੇ ਕਿ ਇੱਕ ਬਹੁਤ ਬੜਾ ਇੱਕ ਮਡ ਦਾ ਨਿਸ਼ਾਨ ਸੀਗਾ, ਦਾਗ ਸੀਗਾ। ਹੀ ਦੈਨ ਕੇਮ ਟੂ ਅੰਡਰਸਟੈਂਡ ਦ ਮਿਸਟੀਰੀਅਸ ਬਿਹੇਵੀਅਰ ਸ਼ੋਨ ਬਾय ਮਿਸਟਰ ਸਿम्पसन ਐਟ ਦ टाइम ऑफ पार्टिंग एट नाइट। ठीक है ना, तो वो सब गल हुण समझ जाता है इत्थे, ठीक है ना, कि वो हुण जिहड़ा मिसटीरीअस बिहेवियर दिखा रहा सी मिस्टर सिम्पसन पिछली रात उन्होंने जदों वो आपस दे विच जुदा होण लगे सी, अपने घर जाण लग्या सी अपने घर, तो हुण वो समझ जाता सारी गल। इत्थे उन्होंने कम टू द पॉइंट हो जाता, आपां कह दईए कि क्योंकि वो उस इनवैलप नूं पहचान जाता है, ब्लू कलर का इनवैलप सी वो, ठीक है ना, तो वो जिहड़ा उत्ते मड का ब्लॉट लग्या होया सी वो भी पहचान जाता है वो। ठीक, एक्चुअल दे विच लैटर जिहड़ी सीगी वाज इनफैक्ट एड्रैस द राइटर। ठीक है ना, एक्चुअल दे विच लैटर वो किनूं संबोधित की गई सी, राइटर नूं ही, यानी कि मिस्टर सिम्पसन जो है वो लैटर राइटर दे घर ही भेजना चाहता सी उन्हां नूं डिनर ते इनवाइट करन दे लई। ठीक, बट उन्हें लैटर उन्हें आप पोस्ट करने वास्ते देखो कितना कुछ सिया, तो राइटर भी वो नाल ही सी जिन्हों कि उन्हें पोस्ट करनी सी। सो दिस इज़ अ वेरी एंटरटेनिंग स्टोरी, आई होप कि सबनों पसंद आई होएगी। ठीक है, बच्चे का करैक्टर स्कैच थीम जो भी ये क्वेश्चन बनते हैं वो भी नाल दी नाल रीड कर लिया करो, जो कोई प्रॉब्लम होंगी है तो नाल दी नाल पूछना करो। ओके बच्चे, थैंक यू।